ਮੇਰਾ ਨਾਮ ਗੁਰਲੀਨ ਹੈ। ਜਦੋਂ ਤੋਂ ਮੈਂ ਹੋਸ਼ ਸੰਭਾਲਿਆ ਤਾਂ ਆਪਣੇ ਮੰਮੀ ਪਾਪਾ ਨੂੰ ਲੜਦੇ ਝਗੜਦੇ ਹੀ ਦੇਖਿਆ। ਸਾਡੇ ਘਰ ਦੇ ਹਾਲਾਤ ਵੀ ਵਧੀਆ ਨਹੀਂ ਸਨ। ਮੇਰੇ ਪਾਪਾ ਕਿਰਾਏ 'ਤੇ ਦੁਕਾਨ ਚਲਾਉਂਦੇ ਸਨ। ਉਸ ਤੋਂ ਹੋਣ ਵਾਲੀ ਆਮਦਨੀ ਨਾਲ ਸਾਡੇ ਘਰ ਦਾ ਖਰਚ ਬੜਾ ਹੀ ਮੁਸ਼ਕਿਲ ਨਾਲ ਚੱਲਦਾ ਸੀ। ਮੰਮੀ ਹਰ ਵਕਤ ਪਾਪਾ ਨਾਲ ਲੜਦੀ ਰਹਿੰਦੀ। ਉਹ ਕਹਿੰਦੀ, ਜਦੋਂ ਦਾ ਮੇਰਾ ਵਿਆਹ ਤੇਰੇ ਨਾਲ ਹੋਇਆ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ। ਵਿਆਹ ਤੋਂ ਬਾਅਦ ਮੈਨੂੰ ਕੋਈ ਖੁਸ਼ੀ ਨਸੀਬ ਨਹੀਂ ਹੋਈ। ਇੱਕ ਇੱਕ ਚੀਜ਼ ਲਈ ਤਰਸਦੀ ਰਹਿੰਦੀ ਹਾਂ। ਜਦੋਂ ਮੰਮੀ ਪਾਪਾ ਦੀ ਲੜਾਈ ਹੁੰਦੀ ਤਾਂ ਮੈਂ ਡਰ ਜਾਂਦੀ ਤੇ ਇੱਕ ਖੁੰਝੇ ਨਾਲ ਲੱਗ ਕੇ ਖੜ ਜਾਂਦੀ ਤੇ ਉੱਥੇ ਹੀ ਸੌਂ ਜਾਂਦੀ। ਮੇਰੇ ਮਾਂ-ਬਾਪ ਨੂੰ ਮੇਰੀ ਕੋਈ ਫਿਕਰ ਨਹੀਂ ਸੀ। ਪਾਪਾ ਲੜ ਝਗੜ ਕੇ ਦੁਕਾਨ ਨੂੰ ਚਲੇ ਜਾਂਦੇ ਤੇ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਆਪਣਾ ਕਮਰਾ ਬੰਦ ਕਰਕੇ ਸੌਂ ਜਾਂਦੀ। ਮੈਨੂੰ ਬਹੁਤ ਡਰ ਲੱਗਦਾ। ਜੇ ਮੈਂ ਮੰਮੀ ਦਾ ਦਰਵਾਜ਼ਾ ਖੜਕਾਉਂਦੀ ਤਾਂ ਮੰਮੀ ਗੁੱਸੇ ਵਿੱਚ ਦਰਵਾਜ਼ਾ ਨਾ ਖੋਲ੍ਹਦੀ। ਕਦੇ-ਕਦੇ ਮੈਂ ਸੋਚਦੀ ਕਿ ਮੇਰਾ ਕੀ ਕਸੂਰ ਹੈ। ਮੈਨੂੰ ਪੈਦਾ ਹੀ ਕਿਉਂ ਕੀਤਾ ਸੀ ਜੇ ਲਵਾਰਸਾਂ ਦੀ ਤਰ੍ਹਾਂ ਛੱਡ ਦੇਣਾ ਸੀ। ਇੱਕ ਦਿਨ ਪਾਪਾ ਦੁਕਾਨ ਤੋਂ ਵਾਪਸ ਆਏ ਤਾਂ ਮੰਮੀ ਕਹਿਣ ਲੱਗੀ ਕਿ ਮੈਂ ਕੱਪੜੇ ਲੈਣੇ ਆ, ਮੈਨੂੰ ਪੈਸੇ ਦੇ ਦਿਓ। ਪਾਪਾ ਨੇ ਕਿਹਾ ਕਿ ਹੁਣ ਤਾਂ ਮੇਰੇ ਕੋਲ ਹੈ ਨਹੀਂ, ਕਿਸੇ ਤੋਂ ਉਧਾਰ ਮੰਗ ਕੇ ਦੇ ਦੇਵਾਂਗਾ। ਮੰਮੀ ਬੋਲੀ, ਕਦੋਂ ਤੱਕ ਮਿਲ ਜਾਣਗੇ? ਮੰਮੀ ਨੇ ਇਹ ਗੱਲ 2-3 ਵਾਰ ਦੁਹਰਾਈ ਤਾਂ ਪਾਪਾ ਨੂੰ ਗੁੱਸਾ ਆ ਗਿਆ। ਕਹਿੰਦੇ, ਤੈਨੂੰ ਤਾਂ ਹਰ ਵਾਰ ਪੈਸਿਆਂ ਦੀ ਪਈ ਰਹਿੰਦੀ ਆ। ਮੈਂ ਚਾਹੇ ਕਿਵੇਂ ਕਮਾ ਕੇ ਦੇਵਾਂ, ਤੈਨੂੰ ਕੋਈ ਪਰਵਾਹ ਨਹੀਂ। ਪੈਸੇ ਦਰਖਤਾਂ ਨੂੰ ਨਹੀਂ ਲੱਗਦੇ ਜੋ ਮੈਂ ਤੈਨੂੰ ਤੋੜ ਕੇ ਲਿਆ ਦੇਵਾਂ। ਮਿਹਨਤ ਕਰਨੀ ਪੈਂਦੀ ਆ ਤਾਂ ਪੈਸਾ ਆਉਂਦਾ ਹੈ। ਤੂੰ ਪੈਸਾ ਘਰੇ ਆਉਣ ਨਹੀਂ ਦਿੰਦੀ ਤੇ ਪਹਿਲਾਂ ਉਡਾ ਦਿੰਦੀ ਆ। ਤੈਨੂੰ ਘਰੇ ਬੈਠੀ ਨੂੰ ਕੋਈ ਫਿਕਰ ਵੀ ਹੈਗਾ? ਮੈਂ ਕਿੱਥੋਂ ਲੈ ਕੇ ਆਉਣਾ ਪੈਸਾ? ਤੇਰੇ ਤਾਂ ਬਸ ਕੱਪੜੇ ਨਹੀਂ ਲੋਟ ਆਉਂਦੇ। ਇੰਨਾ ਤਾਂ ਸੋਚ, ਆਪਣੇ ਸਿਰ ਕਿੰਨਾ ਕਰਜ਼ਾ ਹੈ। ਮੈਂ ਉਹ ਕਰਜ਼ਾ ਕਿਵੇਂ ਉਤਾਰੂੰਗਾ? ਜੇ ਤੂੰ ਥੋੜ੍ਹਾ ਬਹੁਤਾ ਕੰਮ ਕਰੇ, ਕਿਸੇ ਨੌਕਰੀ 'ਤੇ ਲੱਗ ਜਾਵੇਂ ਤਾਂ ਮੈਨੂੰ ਵੀ ਮਦਦ ਹੋ ਜਾਵੇਗੀ। ਆਪਾਂ ਲੋਕਾਂ ਦਾ ਚੁੱਕਿਆ ਹੋਇਆ ਕਰਜ਼ਾ ਲਾ ਸਕਦੇ ਹਾਂ। ਪਰ ਨਹੀਂ, ਤੈਨੂੰ ਕੋਈ ਪਰਵਾਹ ਨਹੀਂ। ਕੋਈ ਮਰੇ ਕੋਈ ਜੀਵੇ। ਪਾਪਾ ਦੀਆਂ ਗੱਲਾਂ ਸੁਣ ਕੇ ਮੰਮੀ ਨੂੰ ਵੀ ਗੁੱਸਾ ਆ ਗਿਆ। ਉਹ ਬੋਲੀ, ਵਿਆਹ ਕਿਉਂ ਕਰਵਾਇਆ ਸੀ ਜੇ ਤੂੰ ਸਾਡਾ ਖਰਚਾ ਨਹੀਂ ਚੁੱਕ ਸਕਦਾ ਸੀ? ਮੈਂ ਆਪਣੇ ਮਾਂ-ਬਾਪ ਦੇ ਲੜਾਈ ਝਗੜੇ ਤੋਂ ਬਹੁਤ ਪਰੇਸ਼ਾਨ ਸੀ। ਮੇਰਾ ਇਸ ਘਰ ਵਿੱਚ ਰਹਿਣ ਨੂੰ ਦਿਲ ਨਹੀਂ ਕਰਦਾ ਸੀ। ਹਰ ਵਕਤ ਦੇ ਲੜਾਈ ਝਗੜੇ ਨਾਲ ਮੇਰਾ ਦਿਲ ਘਬਰਾਉਣ ਲੱਗ ਜਾਂਦਾ। ਮੈਂ ਆਪਣੀ ਮਾਂ ਨੂੰ ਕਿਹਾ ਕਿ ਤੂੰ ਹੀ ਚੁੱਪ ਕਰ ਜਾ, ਤਾਂ ਮੇਰੀ ਮਾਂ ਮੇਰੇ ਹੀ ਗਲ ਪੈ ਗਈ। ਕਹਿੰਦੀ, ਆਪਣੇ ਬਾਪ ਨੂੰ ਬੋਲ। ਮੇਰੀ ਜ਼ਿੰਦਗੀ ਇਹਨੇ ਪਹਿਲਾਂ ਹੀ ਖਰਾਬ ਕਰ ਦਿੱਤੀ ਹੈ। ਇੱਥੇ ਮੈਨੂੰ ਮੇਰੀ ਮਾਂ ਦੀ ਹੀ ਗਲਤੀ ਲੱਗਦੀ, ਕਿਉਂਕਿ ਸਾਡੇ ਘਰੇ ਕਮਾਉਣ ਵਾਲਾ ਮੇਰਾ ਬਾਪ ਹੀ ਸੀ ਤੇ ਮੇਰੀ ਮੰਮੀ ਦੇ ਖਰਚੇ ਬਹੁਤ ਜ਼ਿਆਦਾ ਸੀ। ਉਹ ਘਰ ਵਿੱਚ ਕੋਈ ਨਾ ਕੋਈ ਨਵੀਂ ਚੀਜ਼ ਮੰਗਵਾਈ ਰੱਖਦੀ। ਮੰਮੀ ਦੀ ਗੱਲ ਸੁਣ ਕੇ ਮੈਂ ਛੱਤ 'ਤੇ ਆ ਗਈ। ਅਸਮਾਨ ਵੱਲ ਦੇਖਦੇ ਹੋਏ ਸੋਚਣ ਲੱਗੀ ਕਿ ਮੇਰੀ ਵੀ ਕੀ ਜ਼ਿੰਦਗੀ ਹੈ। ਨਾ ਤਾਂ ਮਾਂ ਦੀ ਮਮਤਾ ਮਿਲੀ ਤੇ ਨਾ ਬਾਪ ਦਾ ਪਿਆਰ। ਇੱਕ ਦਿਨ ਇਸੇ ਤਰ੍ਹਾਂ ਫਿਰ ਮੇਰੇ ਮਾਂ-ਬਾਪ ਦੀ ਤੂੰ ਮੈਂ ਹੋ ਗਈ ਤੇ ਮੇਰੀ ਮਾਂ ਮੈਨੂੰ ਤੇ ਮੇਰੇ ਬਾਪ ਨੂੰ ਇਕੱਲੇ ਛੱਡ ਕੇ ਚਲੀ ਗਈ। ਮੈਂ ਅੰਦਰੋਂ ਬਿਲਕੁਲ ਟੁੱਟ ਗਈ ਸੀ। ਮੈਂ ਇੰਨੀ ਵੱਡੀ ਨਹੀਂ ਹੋਈ ਸੀ ਕਿ ਆਪਣੇ ਬਾਪ ਨੂੰ ਰੋਟੀ ਬਣਾ ਕੇ ਖਿਲਾ ਸਕਾਂ। ਮੇਰਾ ਬਾਪੂ ਵਿਚਾਰਾ ਮੈਨੂੰ ਬਿੰਗੀਆਂ ਟੇਢੀਆਂ ਰੋਟੀਆਂ ਬਣਾ ਕੇ ਖਵਾਉਂਦਾ। ਮੇਰਾ ਬਾਪ ਮੇਰੀ ਮਾਂ ਨੂੰ 2-3 ਵਾਰ ਲੈਣ ਵੀ ਗਿਆ, ਪਰ ਉਹ ਨਾ ਆਈ। ਉਸ ਨੂੰ ਮੇਰੀ ਕੋਈ ਫਿਕਰ ਨਹੀਂ ਸੀ। ਇਸ ਦੇ ਚੱਲਦਿਆਂ ਮੇਰਾ ਬਾਪ ਸ਼ਰਾਬ ਦਾ ਆਦੀ ਹੋ ਗਿਆ। ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਆਉਂਦਾ। ਹੁਣ ਮੈਨੂੰ ਮੇਰੇ ਮਾਂ-ਬਾਪ ਦੀ ਲੜਾਈ ਨਾਲੋਂ ਵੀ ਜ਼ਿਆਦਾ ਡਰ ਲੱਗਣ ਲੱਗਿਆ, ਕਿਉਂਕਿ ਉਹ ਮੈਨੂੰ ਇਕੱਲੀ ਨੂੰ ਘਰ ਛੱਡ ਪਤਾ ਨਹੀਂ ਕਿੱਧਰ ਨੂੰ ਚਲਾ ਜਾਂਦਾ। ਇਸੇ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਤੇ ਮੇਰਾ ਬਾਪੂ ਨਸ਼ੇ ਵਿੱਚ ਡੁੱਬਦਾ ਗਿਆ। ਉਸ ਦੀ ਹਾਲਤ ਵੱਧ ਤੋਂ ਬੱਤਰ ਹੋ ਗਈ ਤੇ ਜ਼ਿਆਦਾ ਨਸ਼ਾ ਕਰਨ ਨਾਲ ਉਹ ਰੱਬ ਨੂੰ ਪਿਆਰਾ ਹੋ ਗਿਆ। ਮੈਂ ਇਸ ਦੁਨੀਆ ਵਿੱਚ ਇਕੱਲੀ ਰਹਿ ਗਈ। ਮੇਰੀ ਇੱਕ ਬਚਪਨ ਦੀ ਸਹੇਲੀ ਸੀ ਜਿਸ ਨਾਲ ਮੈਂ ਆਪਣਾ ਦੁੱਖ ਸੁੱਖ ਸਾਂਝਾ ਕਰਦੀ ਸੀ। ਇੱਕ ਦਿਨ ਉਹ ਮੇਰੇ ਘਰ ਆਈ ਤੇ ਮੈਨੂੰ ਕਹਿਣ ਲੱਗੀ ਕਿ ਮੈਂ ਤੇਰਾ ਰਿਸ਼ਤਾ ਕਰਵਾ ਦਿੰਨੀ ਆ, ਤੈਨੂੰ ਪਰਿਵਾਰ ਮਿਲ ਜੂ ਤੇ ਜ਼ਿੰਦਗੀ 'ਚ ਸਹਾਰਾ ਵੀ। ਮੈਂ ਆਪਣੇ ਮਾਂ-ਬਾਪ ਦਾ ਵਿਆਹੁਤਾ ਜੀਵਨ ਦੇਖਿਆ ਸੀ ਜੋ ਕਿ ਬਿਲਕੁਲ ਵੀ ਵਧੀਆ ਨਹੀਂ ਸੀ। ਇਸ ਲਈ ਮੈਨੂੰ ਵਿਆਹ ਸ਼ਬਦ ਤੋਂ ਹੀ ਨਫ਼ਰਤ ਸੀ। ਪਰ ਇੱਧਰ ਵੀ ਇਕੱਲੀ ਸੀ, ਜ਼ਮਾਨੇ ਤੋਂ ਵੀ ਡਰ ਲੱਗਦਾ ਸੀ। ਇਸ ਕਰਕੇ ਮੈਂ ਬਿਨਾਂ ਸੋਚੇ ਸਮਝੇ ਆਪਣੀ ਸਹੇਲੀ ਨੂੰ ਹਾਂ ਕਰ ਦਿੱਤੀ। ਉਸਨੇ ਕਿਹਾ ਕਿ ਬਹੁਤ ਅਮੀਰ ਪਰਿਵਾਰ ਹੈ, ਤੂੰ ਬਹੁਤ ਖੁਸ਼ ਰਹੇਂਗੀ। ਪਰ ਖੁਸ਼ੀਆਂ ਮੈਨੂੰ ਮੇਰੀ ਜ਼ਿੰਦਗੀ ਵਿੱਚ ਕਿੱਥੇ ਨਸੀਬ ਸੀ। ਥੋੜ੍ਹੇ ਦਿਨਾਂ ਵਿੱਚ ਹੀ ਮੇਰਾ ਵਿਆਹ ਹੋ ਗਿਆ। ਮੁੰਡਾ ਬਹੁਤ ਸੋਹਣਾ ਸੀ। ਵਿਆਹ ਤੋਂ ਬਾਅਦ ਮੈਂ ਬਹੁਤ ਖੁਸ਼ ਸੀ। ਮੈਨੂੰ ਲੱਗਿਆ ਮੇਰੀ ਜ਼ਿੰਦਗੀ ਵਿੱਚ ਜਿੰਨੇ ਵੀ ਦੁੱਖ ਸਨ ਸਭ ਖਤਮ ਹੋ ਗਏ।
ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਸਹੇਲੀ ਹੀ ਮੇਰੇ ਨਾਲ ਧੋਖਾ ਕਰ ਜਾਵੇਗੀ। ਮੇਰੀ ਸਹੇਲੀ ਨੇ ਇਹ ਵੀ ਨਹੀਂ ਸੋਚਿਆ ਕਿ ਮੇਰੀ ਜ਼ਿੰਦਗੀ 'ਚ ਤਾਂ ਪਹਿਲਾਂ ਹੀ ਕਿੰਨੇ ਦੁੱਖ ਸਨ ਤੇ ਮੈਂ ਇਸ ਨੂੰ ਨਵੇਂ ਸਿਰਿਓਂ ਮੁਸੀਬਤਾਂ ਵਿੱਚ ਪਾ ਰਹੀ ਹਾਂ। ਪਹਿਲੇ 15-20 ਦਿਨ ਤਾਂ ਮੇਰੇ ਸਹੁਰੇ ਘਰ ਬਹੁਤ ਵਧੀਆ ਲੰਘੇ। ਉਸ ਤੋਂ ਬਾਅਦ ਜਦ ਮੈਂ ਧਿਆਨ ਦਿੱਤਾ ਤਾਂ ਦੇਖਿਆ ਕਿ ਮੇਰੇ ਪਤੀ ਦੇ ਹੱਥ ਕੰਬਦੇ ਰਹਿੰਦੇ ਹਨ। ਮੈਂ ਆਪਣੀ ਸੱਸ ਨੂੰ ਦੱਸਿਆ ਕਿਉਂਕਿ ਹੋਰ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ। ਉਸਨੇ ਮੈਨੂੰ ਕਿਹਾ ਕਿ ਇਸ ਵਿੱਚ ਖੂਨ ਦੀ ਘਾਟ ਆ ਤੇ ਮੈਂ ਵੀ ਯਕੀਨ ਕਰ ਲਿਆ ਤੇ ਆਪਣੇ ਕੰਮ ਲੱਗ ਗਈ। ਇੱਕ ਦਿਨ ਰਾਤ ਨੂੰ ਉਹ ਬਹੁਤ ਲੇਟ ਘਰ ਆਇਆ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੰਨੀ ਦੇਰ ਨਾਲ ਕਿਉਂ ਆਏ ਹੋ। ਇੰਨਾ ਕਹਿਣ ਤੇ ਹੀ ਉਸਨੇ ਮੇਰੇ ਵੱਟ ਕੇ ਚਪੇੜ ਮਾਰੀ। ਮੈਂ ਹੈਰਾਨ ਰਹਿ ਗਈ। ਮੈਂ ਬਿਨਾਂ ਕੁਝ ਕਹੇ ਆਪਣੀ ਸੱਸ ਕੋਲ ਚਲੇ ਗਈ। ਮੈਂ ਆਪਣੀ ਸੱਸ ਨੂੰ ਸਭ ਕੁਝ ਜਾ ਕੇ ਦੱਸਿਆ। ਉਹ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਪੁੱਤ, ਇਹ ਬਾਹਰੋਂ ਕਿਸੇ ਨਾਲ ਲੜ ਕੇ ਆਇਆ ਹੋਣਾ ਤੇ ਗੁੱਸਾ ਤੇਰੇ ਤੇ ਕੱਢ ਦਿੱਤਾ। ਮੈਂ ਸੱਸ ਦੀ ਗੱਲ ਸੁਣ ਕੇ ਚੁੱਪ ਹੋ ਗਈ। ਮੇਰੀ ਸੱਸ ਮੈਨੂੰ ਬਹੁਤ ਪਿਆਰ ਕਰਦੀ ਸੀ, ਪਰ ਇੱਕ ਦਿਨ ਮੈਂ ਆਪਣੇ ਪਤੀ ਨੂੰ ਕੁਝ ਅਜਿਹਾ ਕਰਦਿਆਂ ਦੇਖਿਆ ਜਿਸ ਨੂੰ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਉਹ ਬਾਥਰੂਮ ਵਿੱਚ ਡਿੱਗਿਆ ਪਿਆ ਸੀ। ਜਦੋਂ ਮੈਂ ਜਾ ਕੇ ਦੇਖਿਆ ਤਾਂ ਉਸ ਦੀ ਬਾਂਹ ਉੱਪਰ ਸਰਿੰਜ ਲੱਗੀ ਹੋਈ ਸੀ। ਮੈਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਉੱਠਿਆ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਂ ਉਸ ਨੂੰ ਛੱਡ ਕੇ ਬਾਹਰ ਵੱਲ ਨੂੰ ਭੱਜੀ। ਮੇਰੀਆਂ ਚੀਕਾਂ ਸੁਣ ਕੇ ਸੱਸ ਆ ਗਈ। ਮੈਂ ਉਸ ਨੂੰ ਸਾਰਾ ਕੁਝ ਦੱਸਿਆ। ਅਸੀਂ ਦੋਨਾਂ ਨੇ ਚੁੱਕ ਕੇ ਉਸ ਨੂੰ ਮੰਜੇ 'ਤੇ ਪਾਇਆ ਕਿਉਂਕਿ ਸਾਡੇ ਹੋਰ ਕੋਈ ਆਦਮੀ ਨਹੀਂ ਸੀ। ਮੇਰੇ ਸਹੁਰਾ ਸਾਹਿਬ ਦੀ ਮੇਰੇ ਵਿਆਹ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਖੈਰ ਅਸੀਂ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਕਰਕੇ ਇਸ ਦੀ ਮੌਤ ਹੋ ਗਈ ਹੈ। ਮੈਂ ਉੱਥੇ ਖੜ ਕੇ ਉੱਚੀ ਉੱਚੀ ਰੋਣ ਲੱਗੀ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਪਤੀ ਨਸ਼ਾ ਕਰਦਾ ਹੈ। ਮੈਂ ਆਪਣੀ ਸੱਸ ਨੂੰ ਧੱਕੇ ਮਾਰਨ ਲੱਗੀ ਕਿ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ। ਤਾਂ ਮੇਰੀ ਸੱਸ ਰੋਂਦੇ ਹੋਏ ਬੋਲੀ ਕਿ ਕੀ ਦੱਸਦੀ ਪੁੱਤ, ਜੇ ਮੈਂ ਤੈਨੂੰ ਦੱਸ ਦਿੰਦੀ ਤਾਂ ਸ਼ਾਇਦ ਤੂੰ ਵੀ ਇਸ ਨੂੰ ਛੱਡ ਕੇ ਚਲੀ ਜਾਂਦੀ। ਨਸ਼ੇ ਦੀ ਵਜ੍ਹਾ ਕਾਰਨ ਇਸ ਨੂੰ ਰਿਸ਼ਤਾ ਨਹੀਂ ਹੁੰਦਾ ਸੀ। ਮੈਨੂੰ ਇਹ ਸੀ ਕਿ ਜੇ ਮੇਰੇ ਪੁੱਤ ਦਾ ਵਿਆਹ ਹੋ ਜਾਵੇ ਤਾਂ ਸ਼ਾਇਦ ਇਹ ਨਸ਼ਾ ਛੱਡ ਦੇਵੇ। ਇਸੇ ਕਰਕੇ ਮੈਂ ਤੇਰੀ ਸਹੇਲੀ ਨੂੰ ਕਿਹਾ ਸੀ ਤੇਰੇ ਬਾਰੇ, ਕਿਉਂਕਿ ਇੱਕ ਤੂੰ ਹੀ ਸੀ ਜੋ ਇਸ ਦੀ ਰਹਿ ਸਕਦੀ ਸੀ ਤੇ ਮੇਰੇ ਪੁੱਤ ਨੂੰ ਸੁਧਾਰ ਸਕਦੀ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸੱਸ ਦੀਆਂ ਇਹ ਗੱਲਾਂ ਸੁਣ ਕੇ ਮੇਰਾ ਸਿਰ ਫਟਣ ਲੱਗਾ। ਮੈਂ ਆਪਣੀ ਕਿਸਮਤ ਨੂੰ ਕੋਸਣ ਲੱਗੀ। ਪਹਿਲਾਂ ਮਾਂ-ਬਾਪ ਦਾ ਸਾਥ ਨਹੀਂ ਮਿਲਿਆ ਤੇ ਹੁਣ ਪਤੀ ਦਾ ਵੀ ਨਹੀਂ। ਮੈਨੂੰ ਆਪਣੀ ਸੱਸ 'ਤੇ ਗੁੱਸਾ ਤਾਂ ਬਹੁਤ ਆਇਆ ਜਿਸ ਨੇ ਆਪਣੇ ਪੁੱਤ ਦੀ ਖਾਤਰ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਪਰ ਫਿਰ ਸੋਚਦੀ ਹਾਂ ਕਿ ਇਕੱਲੀ ਰਹਿਣ ਨਾਲੋਂ ਤਾਂ ਚੰਗੀ ਹਾਂ। ਹੁਣ ਮੇਰੀ ਉਮਰ 40 ਸਾਲ ਦੀ ਹੋ ਗਈ ਹੈ, ਪਰ ਹੁਣ ਵੀ ਮੈਨੂੰ ਵਿਆਹ ਦੇ ਨਾਮ ਤੋਂ ਡਰ ਲੱਗਦਾ ਹੈ। ਹੁਣ ਮੈਂ ਆਪਣੀ ਸੱਸ ਦੇ ਨਾਲ ਰਹਿ ਰਹੀ ਹਾਂ ਤੇ ਉਸ ਦੀ ਸੇਵਾ ਕਰ ਰਹੀ ਹਾਂ। ਹੁਣ ਮੇਰੀ ਸੱਸ ਹੀ ਮੇਰਾ ਸਭ ਕੁਝ ਆ।